ਆਪਣੇ ਮਨ ਦੀਆਂ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਸਤਿਗੁਰਾਂ ਦੀ ਬਖਸ਼ੀ ਹੋਈ ਪਾਵਨ ਫਤਿਹ ਨਾਲ ਸਾਂਝ ਪਾਓ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੀਜੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਵਨ ਮੁਖਾਰ ਵਿੱਚ ਤੋਂ ਉਚਾਰਨ ਕੀਤੀ ਹੋਈ ਪਾਵਨ ਬਾਣੀ ਸ੍ਰੀ ਅਨੰਦ ਸਾਹਿਬ ਦੀ ਪਾਵਨ ਬਾਣੀ ਦੇ ਨਾਲ ਆਪਾਂ ਸਾਂਝ ਪਾ ਰਹੇ ਹਾਂ। ਪਿਛਲੇ ਦੀਵਾਨਾਂ ਦੇ ਅੰਦਰ ਇਸ ਪਾਵਨ ਬਾਣੀ ਦੀਆਂ 23 ਪੌੜੀਆਂ ਦੀ ਵਿਚਾਰ ਆਪਾਂ ਸਾਰੀ ਕਰ ਚੁੱਕੇ ਹਾਂ। ਅੱਜ ਆਪ ਜੀ ਨੇ ਇਸ ਪਾਵਨ ਬਾਣੀ ਦੀ 24 ਨੰਬਰ ਪੌੜੀ ਦਾ ਪਾਠ ਸ਼ਰਵਣ ਕੀਤਾ ਹੈ। ਕੱਲ੍ਹ ਦੇ ਦੀਵਾਨਾਂ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਨੇ ਸੱਚੀ ਬਾਣੀ ਗਾਉਣ ਦੀ ਗੱਲ ਸਾਨੂੰ ਸਮਝਾਈ ਹੈ ਅਤੇ ਅੱਜ ਇਸ ਪਾਵਨ ਪੌੜੀ ਦੇ ਅੰਦਰ ਸਤਿਗੁਰੂ ਜੀ ਸਾਨੂੰ ਕੱਚੀ ਬਾਣੀ ਤੋਂ ਸੁਚੇਤ ਵੀ ਕਰ ਰਹੇ ਨੇ। ਸਾਨੂੰ ਸੱਚੀ ਬਾਣੀ ਅਤੇ ਕੱਚੀ ਬਾਣੀ ਦਾ ਫਰਕ ਵੀ ਸਮਝਾ ਰਹੇ ਨੇ। ਵਖਰੇਵਾ ਕੀ ਹੈ ਇਹ ਗੱਲ ਸਾਨੂੰ ਸਮਝਾ ਰਹੇ ਨੇ। ਸੱਚੀ ਬਾਣੀ ਉਹ ਹੈ ਜੋ ਸੱਚ ਦਾ ਸੁਨੇਹਾ ਸਾਡੇ ਹਿਰਦੇ ਤੱਕ ਲੈ ਕੇ ਆਉਂਦੀ ਹੈ ਅਤੇ ਕੱਚੀ ਬਾਣੀ ਉਹ ਹੈ ਜੋ ਕੱਚ ਦਾ ਝੂਠ ਦਾ ਸੁਨੇਹਾ ਸਾਡੇ ਮਨ ਤੱਕ ਲੈ ਕੇ ਆਉਂਦੀ ਹੈ। ਸੱਚੀ ਬਾਣੀ ਉਹ ਹੈ ਜੋ ਸੱਚੇ ਗੁਰੂ ਦੇ ਮੁਖ ਤੋਂ ਉਚਾਰਨ ਕੀਤੀ ਹੋਈ ਹੈ ਅਤੇ ਕੱਚੀ ਬਾਣੀ ਉਹ ਹੈ ਜੋ ਕਿਸੇ ਮਨੁੱਖੀ ਸੋਚ ਦੇ ਪ੍ਰਭਾਵ ਦੇ ਅਧੀਨ ਰਚੀ ਗਈ ਹੈ, ਜੋ ਕਿਸੇ ਮਨੁੱਖ ਦੀ ਆਪਣੀ ਸੋਚ ਦੀ ਰਚਨਾਤਮਕ ਕਿਰਿਆ ਹੈ, ਰਚਨਾਤਮਕ ਲਿਖਤ ਹੈ। ਕੱਚੀ ਬਾਣੀ ਦੇ ਵਿੱਚ ਕੱਚਾ ਹੁੰਦਾ ਕੀ ਹੈ? ਆਮ ਕਰਕੇ ਜ਼ਿੰਦਗੀ ਦੇ ਅੰਦਰ, ਸਮਾਜ ਦੇ ਅੰਦਰ ਆਪਾਂ ਦੇਖਦੇ ਹਾਂ ਅਧੂਰੀ ਚੀਜ਼ ਨੂੰ ਕੋਈ ਵੀ ਪ੍ਰਵਾਨ ਕਰਨ ਦੇ ਲਈ ਤਿਆਰ ਨਹੀਂ ਹੁੰਦਾ ਹੈ। ਚਾਹੇ ਇਨਸਾਨ ਘਰ ਦੇ ਵਿੱਚ ਰਹਿਣ ਦੀ ਗੱਲ ਕਰੇ, ਚਾਹੇ ਕੱਪੜੇ ਪਾਉਣ ਦੀ ਗੱਲ ਕਰੇ, ਚਾਹੇ ਇਨਸਾਨ ਖਾਣਾ ਭੋਜਨ ਖਾਣ ਦੀ ਗੱਲ ਕਰੇ, ਚਾਹੇ ਕੋਈ ਆਪਣਾ ਦੋਸਤ ਮਿੱਤਰ ਚੁਣਨਾ ਹੋਵੇ, ਇਹ ਗੱਲ ਹੋਵੇ, ਇਨਸਾਨ ਹਰੇਕ ਚੀਜ਼ ਦੇ ਵਿੱਚ ਪੂਰਨਤਾ ਚਾਹੁੰਦਾ ਹੈ। ਪੂਰੇ ਘਰ ਦੇ ਵਿੱਚ ਰਹਿਣਾ ਚਾਹੁੰਦਾ ਹੈ, ਅਧੂਰੇ ਘਰ ਦੇ ਵਿੱਚ ਕੋਈ ਰਹਿਣਾ ਨਹੀਂ ਚਾਹੁੰਦਾ ਹੈ। ਇਨਸਾਨ ਕੱਪੜੇ ਪੂਰੇ ਪਾਉਣਾ ਚਾਹੁੰਦਾ ਹੈ, ਅਧੂਰੇ ਕੱਪੜੇ ਇਨਸਾਨ ਨੂੰ ਚੰਗੇ ਨਹੀਂ ਲੱਗਦੇ। ਇਨਸਾਨ ਖਾਣਾ ਵੀ ਉਹ ਚਾਹੁੰਦਾ ਹੈ ਜੋ ਪੂਰਾ ਹੋਵੇ। ਖਾਣੇ ਦੇ ਵਿੱਚ ਕੋਈ ਕਮੀ ਹੋਵੇ, ਅਧੂਰਾਪਣ ਹੋਵੇ ਤਾਂ ਇਨਸਾਨ ਅਧੂਰੇ ਭੋਜਨ ਨੂੰ ਵੀ ਤਿਆਗ ਦਿੰਦਾ ਹੈ, ਪਾਸੇ ਕਰ ਦਿੰਦਾ ਹੈ। ਇਨਸਾਨ ਆਪਣੇ ਦੋਸਤ ਮਿੱਤਰ ਰਿਸ਼ਤੇਦਾਰ ਵੀ ਚਾਹੁੰਦਾ ਹੈ ਕਿ ਉਹ ਪੂਰੇ ਹੋਣ, ਕੱਚੇ ਨਾ ਹੋਣ, ਅਧੂਰੇ ਨਾ ਹੋਣ। ਦੋਸਤ ਵੀ ਬੜੀ ਬਰੀਕੀ ਦੇ ਨਾਲ ਇਨਸਾਨ ਚੁਣਦਾ ਹੈ ਕਿ ਕਿਤੇ ਮੈਨੂੰ ਧੋਖਾ ਨਾ ਦੇਗਾ, ਕਿਤੇ ਇਹਨਾਂ ਦੇ ਵਿੱਚ ਕਚਿਆਈ ਨਾ ਹੋਵੇ। ਹਰੇਕ ਇਨਸਾਨ ਆਪਣੀ ਚੀਜ਼ ਨੂੰ ਪੂਰਨ ਪ੍ਰਾਪਤੀ ਦੇ ਲਈ ਚੀਜ਼ ਦੇ ਵਿੱਚ ਪੂਰਨ ਗੁਣਾ ਵੀ ਦੇਖਦਾ ਹੈ। ਪਰ ਜਦੋਂ ਪਾਤਸ਼ਾਹ ਜੀ ਬਾਣੀ ਦੀ ਗੱਲ ਕਰਦੇ ਨੇ ਤਾਂ ਸਤਿਗੁਰੂ ਜੀ ਫਿਰ ਇਹ ਵੀ ਸਮਝਾ ਦਿੰਦੇ ਨੇ ਕਿ ਭਲਿਆ ਜੇ ਬਾਕੀ ਚੀਜ਼ਾਂ ਤੂੰ ਕੱਚੀਆਂ ਪ੍ਰਵਾਹ ਨਹੀਂ ਕਰਦਾ ਏ ਤਾਂ ਇੱਕ ਗੱਲ ਦਿੱਤੇ ਰੱਖ, ਤੂੰ ਆਪਣੇ ਜੀਵਨ ਦੇ ਵਿੱਚ ਬਾਣੀ ਵੀ ਕੱਚੀ ਪ੍ਰਵਾਹ ਨਹੀਂ ਕਰਨੀ ਹੈ। ਬਾਣੀ ਵੀ ਤੂੰ ਉਸ ਪੂਰਨ ਪਰਮਾਤਮਾ ਦੀ ਪ੍ਰਾਪਤ ਕਰਨੀ ਹੈ। ਤੂੰ ਸੱਚ ਦੀ ਬਾਣੀ ਦੇ ਨਾਲ ਜੁੜਨਾ ਹੈ, ਕੱਚ ਦੀ ਬਾਣੀ ਤੋਂ ਦੂਰ ਰਹਿਣਾ ਹੈ। ਪਾਤਸ਼ਾਹ ਜੀ ਨੇ ਫਿਰ ਸੱਚੀ ਬਾਣੀ ਦੇ ਵਿੱਚ ਅਤੇ ਕੱਚੀ ਬਾਣੀ ਦੇ ਵਿੱਚ ਫਰਕ ਸਮਝਾਉਣ ਦੇ ਲਈ ਆਪਣੇ ਜੀਵਨ ਦੇ ਵਿੱਚੋਂ ਹੀ ਇੱਕ ਉਦਾਹਰਨ ਸਾਡੇ ਸਾਹਮਣੇ ਰੱਖ ਦਿੱਤੀ। ਤੀਜੇ ਪਾਤਸ਼ਾਹ ਜੀ ਧੰਨ ਗੁਰੂ ਅਮਰਦਾਸ ਜੀ ਗੁਰੂ ਦੀ ਸ਼ਰਨ ਦੇ ਵਿੱਚ ਆਉਣ ਤੋਂ ਪਹਿਲਾਂ ਵੀ 21 ਸਾਲ ਤੀਰਥਾਂ ਦੀ ਯਾਤਰਾ ਕਰ ਚੁੱਕੇ। ਪਰ ਇੰਨੇ ਸਾਲ ਭਟਕਣ ਤੋਂ ਬਾਅਦ ਜਦੋਂ ਗੁਰੂ ਦੀ ਸ਼ਰਨ ਦੇ ਵਿੱਚ ਆਉਂਦੇ ਨੇ 1552 ਈਸਵੀ ਦੇ ਵਿੱਚ ਉਹਨਾਂ ਨੂੰ ਗੁਰਤਾ ਗੱਦੀ ਦੀ ਪ੍ਰਾਪਤੀ ਵੀ ਹੋ ਜਾਂਦੀ ਹੈ। ਆਪ ਉਹ ਗੁਰੂ ਅੰਗਦ ਪਾਤਸ਼ਾਹ ਜੀ ਦਾ ਰੂਪ ਬਣ
ਗੱਦੀ ਦੇ ਉੱਪਰ ਵਿਰਾਜਮਾਨ ਹੋਣ ਤੋਂ 6 ਸਾਲ ਬਾਅਦ 1558 ਈਸਵੀ ਦੇ ਵਿੱਚ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਫਿਰ ਤੀਰਥਾਂ ਦੀ ਯਾਤਰਾ ਕਰਦੇ ਨੇ। ਪਰ ਹੁਣ ਮਨੋਰਥ ਕੋਈ ਹੋਰ ਹੈ, ਹੁਣ ਇਰਾਦਾ ਕੋਈ ਹੋਰ ਹੈ। ਹੁਣ ਪਹਿਲਾਂ ਵਾਲਾ ਇਰਾਦਾ ਨਹੀਂ ਸੀ ਕਿ ਤੀਰਥ ਸਥਾਨਾਂ ਤੇ ਜਾ ਕੇ ਤੀਰਥ ਇਸ਼ਨਾਨ ਕਰਕੇ ਧਰਮ ਦੀ ਪ੍ਰਾਪਤੀ ਕਰਨੀ ਹੈ। ਹੁਣ ਇਹ ਮਨੋਰਥ ਨਹੀਂ ਸੀ। ਹੁਣ ਤਾਂ ਮਨੋਰਥ ਇਹ ਸੀ ਕਿ ਤੀਰਥ ਸਥਾਨਾਂ ਦੇ ਜਿਹੜੇ ਲੋਕ ਬੈਠੇ ਹੋਏ ਨੇ ਉਹਨਾਂ ਨੂੰ ਇਹ ਸਮਝਾਉਣਾ ਹੈ ਕਿ ਭਲਿਓ ਬਾਹਰ ਦਾ ਤੀਰਥ ਕਿਸੇ ਕੰਮ ਆਉਣ ਵਾਲਾ ਨਹੀਂ ਹੈ, ਆਪਣੇ ਹਿਰਦੇ ਨੂੰ ਤੁਸੀਂ ਤੀਰਥ ਬਣਾਉਣਾ ਹੈ। ਇਹ ਉਪਦੇਸ਼ ਉਹਨਾਂ ਤੀਰਥ ਸਥਾਨਾਂ ਤੇ ਬੈਠੇ ਹੋਏ ਲੋਕਾਂ ਨੂੰ ਦੇਣ ਦੇ ਲਈ, ਭਟਕਦੇ ਹੋਏ ਲੋਕਾਂ ਨੂੰ ਸਿੱਧੇ ਰਾਹ ਪਾਉਣ ਦੇ ਲਈ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ 1558 ਈਸਵੀ ਦੇ ਵਿੱਚ ਫਿਰ ਦੁਬਾਰਾ ਜਾਂਦੇ ਨੇ। ਅਤੇ ਜਦੋਂ ਤੀਰਥ ਸਥਾਨਾਂ ਤੇ ਜਾਂਦੇ ਹੋਏ ਪਹੁੰਚਦੇ ਨੇ ਹਰਿਦੁਆਰ ਤੇ, ਬ੍ਰਾਹਮਣ ਇੱਕ ਸਵਾਲ ਕਰਦੇ ਨੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਸਵਾਲ ਕਰਦੇ ਨੇ ਕਿ ਇੰਨੇ ਗ੍ਰੰਥ ਪਹਿਲਾਂ ਤੋਂ ਹੀ ਧਰਮ ਦੇ ਵਿੱਚ ਰਚੇ ਹੋਏ ਨੇ, 4 ਵੇਦ ਨੇ, 18 ਪੁਰਾਣ ਨੇ, 6 ਸ਼ਾਸਤਰ ਨੇ, ਸਿਮਰਤੀਆਂ ਨੇ। ਇਹਦੇ ਗ੍ਰੰਥ ਪਹਿਲਾਂ ਤੋਂ ਹੋਣ ਦੇ ਬਾਵਜੂਦ ਵੀ ਤੁਹਾਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਬਾਣੀ ਉਚਾਰਨ ਦੀ ਕੀ ਲੋੜ ਪਈ ਹੈ? ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਫਿਰ ਉੱਥੇ ਜਵਾਬ ਦਿੱਤਾ, ਜਿੱਥੋਂ ਸਾਨੂੰ ਇਹ ਸਮਝ ਆ ਜਾਂਦੀ ਹੈ ਕੱਚੀ ਬਾਣੀ ਅਤੇ ਸੱਚੀ ਬਾਣੀ ਦੇ ਵਿੱਚ ਕੀ ਫਰਕ ਹੈ। ਵਖਰੇਵਾ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸਮਝਾ ਦਿੱਤਾ ਕਿ ਭਲਿਓ ਜਿਹੜੇ ਪਹਿਲਾਂ ਤੋਂ ਗ੍ਰੰਥ ਤੁਸੀਂ ਧਰਮ ਦੇ ਨਾਂ ਤੇ ਸਮਾਜ ਦੇ ਅੰਦਰ ਪ੍ਰਚਲਿਤ ਕੀਤੇ ਹੋਏ ਨੇ, ਤੁਹਾਡੇ ਇਹ ਲਿਖੇ ਹੋਏ ਗ੍ਰੰਥਾਂ ਦੇ ਬੋਲ ਇਸ ਤਰ੍ਹਾਂ ਨੇ ਜਿਵੇਂ ਕਿਸੇ ਖੂਹ ਦਾ ਪਾਣੀ ਹੋਵੇ। ਜਿਸ ਕਿਸਾਨ ਦੇ ਖੇਤ ਦੇ ਵਿੱਚ ਖੂਹ ਲੱਗਾ ਹੋਇਆ ਹੈ ਉਹ ਤਾਂ ਆਪਣੇ ਖੇਤਾਂ ਨੂੰ ਪਾਣੀ ਦੇ ਕੇ ਸਿੰਧ ਸਕਦਾ ਹੈ, ਪਰ ਉਸ ਖੂਹ ਦਾ ਪਾਣੀ ਦੂਜੇ ਦੂਰ ਦੇ ਖੇਤਾਂ ਤੱਕ ਨਹੀਂ ਪਹੁੰਚ ਸਕਦਾ। ਕੋਈ ਦੂਜਾ ਕਿਸਾਨ ਆਪਣੇ ਖੇਤਾਂ ਨੂੰ ਉਸ ਪਾਣੀ ਦੇ ਨਾਲ ਸਿੰਧ ਨਹੀਂ ਸਕਦਾ ਹੈ। ਜੇ ਕੋਈ ਤਰਲਾ ਮਿਹਨਤ ਕਰ ਲਵੇ ਆ ਕੇ ਤਾਂ ਉਸ ਨੂੰ ਉਹ ਕਿਸਾਨ ਜਿਸ ਦੇ ਖੇਤ ਦੇ ਵਿੱਚ ਖੂਹ ਲੱਗਾ ਹੋਇਆ ਹੈ ਉਹ ਖੂਹ ਦਾ ਪਾਣੀ ਪੀਣ ਦੇ ਲਈ ਕੁਝ ਦੇ ਸਕਦਾ ਹੈ, ਪਰ ਉਹ ਖੂਹ ਦਾ ਪਾਣੀ ਸਾਰਿਆਂ ਦੇ ਲਈ ਇੱਕ ਬਰਾਬਰ ਨਹੀਂ ਹੈ। ਤੁਹਾਡੇ ਲਿਖੇ ਹੋਏ ਗ੍ਰੰਥਾਂ ਦੇ ਬੋਲ ਇਸ ਤਰ੍ਹਾਂ ਨੇ, ਬ੍ਰਾਹਮਣ ਪੜ੍ਹ ਸਕਦਾ ਹੈ, ਸ਼ੂਦਰ ਪੜ੍ਹ ਸਕਦਾ, ਸ਼ੂਦਰ ਨਹੀਂ ਪੜ੍ਹ ਸਕਦਾ ਹੈ। ਖੱਤਰੀ ਵੈਸ਼ ਦੇ ਲਈ ਵੀ ਤੁਹਾਡੇ ਗ੍ਰੰਥਾਂ ਦਾ ਉਪਦੇਸ਼ ਅਲੱਗ ਹੈ, ਪਰ ਸ਼ੂਦਰ ਜੇਕਰ ਧਰਮ ਦੇ ਬੋਲਾਂ ਨੂੰ, ਤੁਹਾਡੇ ਗ੍ਰੰਥਾਂ ਦੇ ਲਿਖੇ ਹੋਏ ਬੋਲਾਂ ਨੂੰ ਸੁਣ ਵੀ ਲਏ ਤਾਂ ਉਸਦੇ ਕੰਨਾਂ ਦੇ ਵਿੱਚ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਹੈ। ਤੁਹਾਡੇ ਧਰਮ ਦੇ ਗ੍ਰੰਥਾਂ ਦੇ ਬੋਲ ਸਾਰਿਆਂ ਲਈ ਇੱਕ ਬਰਾਬਰ ਨਹੀਂ ਹੈ। ਇਸ ਕਰਕੇ ਇਹ ਸੱਚ ਦੀ ਬਾਣੀ ਦਾ ਦਰਜਾ ਨਹੀਂ ਲੈ ਸਕਦੇ। ਇਹਨਾਂ ਨੂੰ ਰੱਬ ਦਾ ਸੁਨੇਹਾ ਨਹੀਂ ਕਿਹਾ ਜਾ ਸਕਦਾ, ਕਿਉਂਕਿ ਰੱਬ ਦੀ ਬਣਾਈ ਹੋਈ ਚੀਜ਼ ਤਾਂ ਸਾਰਿਆਂ ਲਈ ਇੱਕ ਬਰਾਬਰ ਹੈ। ਰੱਬ ਨੇ ਪਾਣੀ ਬਣਾਇਆ ਹੈ, ਸਾਰਿਆਂ ਦੀ ਪਿਆਸ ਬੁਝਾਉਂਦਾ ਹੈ, ਚਾਹੇ ਅਮੀਰ ਹੋਏ ਚਾਹੇ ਗਰੀਬ ਹੋਏ। ਰੱਬ ਦੀ ਬਣਾਈ ਹੋਈ ਹਵਾ ਸਾਰਿਆਂ ਲਈ ਇੱਕ ਬਰਾਬਰ ਹੈ, ਸਾਰੇ ਹੀ ਸਾਹ ਲੈਂਦੇ ਨੇ। ਰੱਬ ਦੀ ਬਣਾਈ ਹੋਈ ਧਰਤੀ ਦੇ ਸਾਰੇ ਜੀਵ ਇੱਕ ਬਰਾਬਰ ਰਹਿੰਦੇ ਨੇ। ਰੱਬ ਦੀ ਬਣਾਈ ਹੋਈ ਹਰ ਚੀਜ਼ ਸਾਰਿਆਂ ਲਈ ਇੱਕ ਬਰਾਬਰ ਹੈ। ਫਿਰ ਜੇ ਰੱਬ ਦੀ ਬਾਣੀ ਦੀ ਗੱਲ ਕਰੀਏ, ਰੱਬ ਦਾ ਉਪਦੇਸ਼ ਦੀ ਗੱਲ ਕਰੀਏ ਤਾਂ ਉਹ ਵੀ ਭਲਿਆ ਫਿਰ ਸਾਰਿਆਂ ਲਈ ਬਰਾਬਰ ਹੋਣਾ ਚਾਹੀਦਾ ਹੈ। ਫਿਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਇਹ ਸੱਚੀ ਬਾਣੀ ਹੈ। ਇਹ ਤਾਂ ਵਰਖਾ ਦੇ ਪਾਣੀ ਦੀ ਤਰ੍ਹਾਂ ਹੈ। ਵਰਖਾ ਦਾ ਪਾਣੀ, ਵਰਖਾ ਦੀਆਂ ਬੂੰਦਾਂ ਅਮੀਰ ਦੇ ਵਿਹੜੇ ਦੇ ਵਿੱਚ ਵੀ ਡਿੱਗਦੀਆਂ ਨੇ, ਗਰੀਬ ਦੇ ਵਿਹੜੇ ਦੇ ਵਿੱਚ ਵੀ ਡਿੱਗਦੀਆਂ ਨੇ। ਇਹ ਫਰਕ ਹੈ ਤੁਹਾਡੇ ਗ੍ਰੰਥਾਂ ਦੇ ਬੋਲਾਂ ਦੇ ਵਿੱਚ ਅਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਮੂੰਹ ਤੋਂ ਉਚਾਰਨ ਕੀਤੀ ਹੋਈ ਬਾਣੀ ਦੇ ਵਿੱਚ। ਇਹ ਸੱਚ ਦੀ ਬਾਣੀ ਹੈ।
ਤੇ ਸੱਚ ਦਾ ਉਪਦੇਸ਼ ਸਾਰਿਆਂ ਲਈ ਇੱਕ ਬਰਾਬਰ ਹੈ। ਇਹ ਸੱਚ ਦੀ ਬਾਣੀ ਦੇ ਵਿੱਚੋਂ ਤਾਂ ਬੋਲ ਨਿਕਲੇ ਨੇ, ਅਬੁਲ ਅੱਲਾ ਨੂਰ ਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਦੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਉਹਨਾਂ ਨੂੰ ਵਖਰੇਵਾਂ ਸਮਝਾ ਦਿੱਤਾ, ਸੱਚ ਦੀ ਬਾਣੀ ਦਾ ਉੱਤਮ ਦਰਜਾ ਸਮਝਾ ਦਿੱਤਾ ਕਿ ਇਹ ਸੱਚ ਦੀ ਬਾਣੀ ਵਰਖਾ ਦੇ ਪਾਣੀ ਦੀ ਨਹੀਂ ਹੈ, ਜੋ ਹਰੇਕ ਵਿਹੜੇ ਦੇ ਵਿੱਚ, ਹਰੇਕ ਹਿਰਦੇ ਦੇ ਵਿੱਚ ਦਿਸਦੀਆਂ ਬੂੰਦਾਂ ਜਿਹੜੀ ਉਹ ਹਰਿਆਵਲ ਲਿਆ ਸਕਦੀਆਂ ਨੇ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਪਾਵਨ ਬੋਲ ਕੀਤੇ ਨੇ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਹੁਣ ਕੱਚੀ ਬਾਣੀ ਦੀ ਜਦੋਂ ਗੱਲ ਹੁੰਦੀ ਹੈ, ਆਪ ਕਰਕੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਜਿਹੜੀ ਬਾਣੀ ਗੁਰੂ ਪਾਤਸ਼ਾਹ ਨੇ ਉਚਾਰਨ ਕੀਤੀ ਹੈ, ਉਹਨਾਂ ਦੀ ਨਕਲ ਤੇ ਗੁਰੂ ਘਰ ਦੇ ਦੋਖੀਆਂ ਨੇ ਵੀ ਆਪਣੀ ਰਚਨਾ ਉਚਾਰਨ ਕਰਨੀ, ਲਿਖਣੀ ਆਰੰਭ ਕਰ ਦਿੱਤੀ। ਹੁਣ ਜਦੋਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਸਮਾਂ ਹੁੰਦਾ ਹੈ, ਗੁਰੂ ਘਰ ਦੇ ਦੋਖੀਆਂ ਨੇ ਉਸ ਸਮੇਂ ਬਾਣੀ ਦੀ ਨਕਲ ਕਰਨੀ ਵੀ ਸ਼ੁਰੂ ਕਰ ਦਿੱਤੀ ਸੀ। ਆਪਾਂ ਇਤਿਹਾਸ ਦੇ ਵਿੱਚ ਭਾਈ ਹੰਦਾਲ ਦਾ ਨਾਮ ਜਾਣਦੇ ਹੋਵਾਂਗੇ। ਭਾਈ ਹੰਦਾਲ ਜੀ ਗੁਰੂ ਦੇ ਬੜੇ ਪਿਆਰੇ ਸਿੱਖ ਹੋਏ ਨੇ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸਮੇਂ 22 ਮੰਜੀਆਂ ਦੇ ਵਿੱਚੋਂ ਇੱਕ ਮੰਜੀਦਾਰ ਵੀ ਨੇ, ਗੁਰੂ ਘਰ ਦੇ ਪ੍ਰਚਾਰਕ ਵੀ ਨੇ, ਗੁਰੂ ਕੇ ਜੜਿਆਲੇ ਦੇ ਰਹਿਣ ਵਾਲੇ ਨੇ। ਹੁਣ ਭਾਈ ਹੰਦਾਲ ਜੀ ਦੇ ਅੱਗੇ ਦੋ ਪੁੱਤਰ ਨੇ, ਇੱਕ ਦਾ ਨਾਂ ਹੈ ਵਿਧੀ ਚੰਦ, ਦੂਜੇ ਦਾ ਨਾਂ ਹੈ ਬਾਲ ਚੰਦ। ਇਹ ਵਿਧੀ ਚੰਦ ਉਹ ਨਹੀਂ ਹੈ ਜਿਹੜਾ 6ਵੇਂ ਪਾਤਸ਼ਾਹ ਜੀ ਦੇ ਸਮੇਂ ਹੋਇਆ ਹੈ। ਇਹ ਵਿਧੀ ਚੰਦ ਭਾਈ ਹੰਦਾਲ ਦਾ ਪੁੱਤਰ ਹੈ। ਹੁਣ ਭਾਈ ਹੰਦਾਲ ਜੀ ਨੇ ਆਪਣਾ ਸਾਰਾ ਜੀਵਨ ਗੁਰਸਿੱਖੀ ਨੂੰ ਕਮਾਉਣ ਦੇ ਵਿੱਚ, ਪ੍ਰਚਾਰਨ ਦੇ ਵਿੱਚ ਲਾ ਦਿੱਤਾ। ਪਰ ਜਦੋਂ ਭਾਈ ਹੰਦਾਲ ਜੀ ਗੁਜ਼ਰ ਜਾਂਦੇ ਨੇ, ਉਹਨਾਂ ਤੋਂ ਬਾਅਦ ਉਹਨਾਂ ਦਾ ਪੁੱਤਰ ਵਿਧੀ ਚੰਦ ਸੰਗਤਾਂ ਕੋਲੋਂ ਉਹ ਜਿਹਾ ਸਤਿਕਾਰ ਭਾਲਦਾ ਹੈ, ਆਪਣੇ ਪਿਤਾ ਵਰਗਾ ਰੁਤਬਾ ਉਹ ਸੰਗਤ ਦੇ ਵਿੱਚ ਬਣਾਉਣਾ ਚਾਹੁੰਦਾ ਹੈ, ਦੇਖਣਾ ਚਾਹੁੰਦਾ ਹੈ। ਪਰ ਕਰਮ ਜਿਹੜੇ ਨੇ ਉਹ ਭੈੜੇ ਨੇ, ਕਰਮ ਜਿਹੜੇ ਨੇ ਉਹ ਵਿਕਾਰੀ ਨੇ, ਵਿਭਚਾਰੀ ਨੇ, ਜਿਸ ਕਰਕੇ ਸੰਗਤ ਨੇ ਵਿਧੀ ਚੰਦ ਨੂੰ ਪ੍ਰਵਾਨ ਨਹੀਂ ਕੀਤਾ, ਭਾਈ ਹੰਦਾਲ ਵਾਲਾ ਰੁਤਬਾ ਨਹੀਂ ਦਿੱਤਾ। ਹੁਣ ਭਾਈ ਹੰਦਾਲ ਨੇ ਬਹੁਤ ਵੱਡੀ ਸਾਜ਼ਿਸ਼ ਰਚੀ, ਜਿਹੜੀ ਜਨਮ ਸਾਖੀ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਜੀਵਨੀ ਦੂਜੇ ਪਾਤਸ਼ਾਹ ਜੀ ਨੇ ਲਿਖਵਾਈ ਸੀ। ਉਹ ਜਨਮ ਸਾਖੀ, ਉਹ ਜੀਵਨ ਜਿਹੜੀ ਸਾਖੀ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ, ਇਸ ਵਿਧੀ ਚੰਦ ਨੇ ਉਹ ਸਾਖੀ ਨੂੰ ਖਤਮ ਕਰਕੇ ਪੜਵਾ ਕੇ ਆਪਣੇ ਕੋਲੋਂ ਇੱਕ ਨਵੀਂ ਜਨਮ ਸਾਖੀ ਤਿਆਰ ਕਰਾਈ। ਆਪਣੇ ਭਰਾ ਬਾਲ ਚੰਦ ਨੂੰ ਭਾਈ ਬਾਲਾ ਬਣਾ ਕੇ ਇਸਨੇ ਉਹ ਨਵੀਂ ਜਨਮ ਸਾਖੀ ਤਿਆਰ ਕਰਕੇ ਵਿੱਚ ਆਪਣੇ ਖਿਆਲ ਮਿਲਾ ਕੇ ਉਹ ਪ੍ਰਚਲਿਤ ਕਰ ਦਿੱਤੀ। ਬਹੁਤ ਵੱਡੀ ਸਾਜ਼ਿਸ਼ ਰਚੀ। ਇਸਨੇ ਆਪਣੇ ਕੋਲੋਂ ਆਪਣੀ ਰਚਨਾ, ਆਪਣੀ ਬਾਣੀ ਵੀ ਤਿਆਰ ਕੀਤੀ, ਜੋ ਸਾਨੂੰ ਕਈ ਵਾਰ ਪੜ੍ਹਨ ਨੂੰ ਵੀ ਮਿਲਦੀ ਹੈ। ਕੁਝ ਬੋਲ ਆਪਾਂ ਸਾਂਝੇ ਕਰਾਂਗੇ। ਪਰ ਧੰਨ, ਪਰ ਦਾਰਾ, ਪਰ ਨਿੰਦਾ, ਐਸੇ ਕਰਮ ਤਿਆਗਿਆ ਬੰਦਾ, ਹਰ ਹਰ ਨਾਮ ਮੁਖੋਂ ਉਲਾਵੇ, ਸ਼ੰਕਾ ਸੇਵਕ ਸੋਖ ਕਹਾਵੇ। ਹੁਣ ਸੁਣਨ ਤਾਂ ਇਹ ਕਿਉਂ ਜਾਪੇਗਾ ਜਿਵੇਂ ਗੁਰੂ ਪਾਤਸ਼ਾਹ ਜੀ ਦੀ ਬਾਣੀ ਦੇ ਬੋਲ ਹੋਣ, ਪਰ ਅਸਲ ਦੇ ਵਿੱਚ ਕੋਈ ਵਿਧੀ ਚੰਦ ਦੇ ਮੂੰਹੋਂ ਉਚਾਰਨ ਕੀਤੀ ਹੋਈ ਕਾਵਿ ਰਚਨਾ ਦੇ ਬੋਲ ਨੇ, ਜਿਸ ਕਰਕੇ ਉਸ ਸਮੇਂ ਦੀਆਂ ਸਾਜ਼ਿਸ਼ਾਂ ਨੂੰ ਵੇਖਦੇ ਹੋਏ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਇਹ ਪਾਵਨ ਬੋਲ ਉਚਾਰਨ ਕਰਨੇ ਪਏ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬੱਧ ਹੋ, ਹੋਰ ਕੱਚੀ ਬਾਣੀ। ਫਿਰ ਇਹ ਕੱਚੀ ਬਾਣੀ ਦੀ ਸਾਜ਼ਿਸ਼ ਉੱਥੇ ਹੀ ਖਤਮ ਨਹੀਂ ਹੋਈ। ਆਪਾਂ ਨੂੰ
चंगी तरह पता है चौथे पातशाह धन गुरु रामदास पातशाह जी के 3 पुत्र ने। सब तो बड़े पुत्र का नाम है पृथ्वी चंद, जो विचकारला है उसका नाम है भाई महादेव, और तीजे पुत्र ने धन श्री गुरु अर्जन पातशाह जी। हुण पृथ्वी चंद ने बहुत बड़ी साजिश रची है, गुरु घर का बहुत बड़ा दुखी है, हंकार करके अपने आप को गुरु की पदवी से देखना चाहता सी, पर गुरु की किसी गल नूं इसने मन्निया नहीं है। इतिहास के विच पावन बोल दर्ज ने पृथ्वी चंद की प्रथाई कर हंकार ना कर वध माना, धन को सांभत रहो महाना, एक भी गुण नहीं ले बुराई। धन गुरु रामदास पातशाह जी ने वचन कीते ने कि भलिया तू सारी उम्र हंकार करता रहा है, तू तो पैसे में ही संभालता रहा है, सुख तेरी धन के विच लगी रही है, तेरे अंदर का एक भी गुण नहीं है कि तू गुरु की पदवी से विराजमान हो सके। धन गुरु अर्जन पातशाह जी अपने गुनाह करके गुरु पदवी से विराजमान हो जाते हैं, पर मन की ख्वाहिश अजे भी पृथ्वी चंद के अंदर कायम है। गुरु की पदवी को प्राप्त करने लिए उसने हरेक हिता हरेक नीवे तो नीवा कम कर दिखाया। दरबार साहिब की हरमंदिर साहिब की नकल से उसने अपने सौरे के नाल मिलके अपने हेहर पिंड विखे एक नवा दरबार ही तैयार कर दिता। गुरु घर के मसंदा भी खरीद के अपने वाल कर लिया। उसने गुरु घर के कीर्तियां भी अपने कोल बुला के अपने कोल रखने की कोशिश की, पर जदों सब कुछ करदियां भी वो कामयाब ना हो सकिया, तो अपने पुत्र मेहरबान को कहता है कि भलिया मैं तो अपना सारा जोर लगा लिया, हुण तेरी बारी है, मैं सब कुछ करके वेख लिया है, पर कामयाब नहीं हो सकिया। मैं कामयाब तां नहीं हो सकिया कि मेरे अंदर एक कमी है। अपने पुत्र को बुला के कहता है कि वो कमी तू पूरी कर सकता है। हुण मेहरबान अपनों सवाल करता है, वो कमी केड़ी रह गई है जिस करके सानू सफलता नहीं मिली है। तो अगों पृथ्वी चंद जवाब दिंदा है कि मैं दरबार साहिब ही उन्हां वर्गा बना लिया है, मैं गुरु घर के मसंदा भी खरीद लिया है, मैं गुरु घर के कीर्तनियां भी अपने वाल कर लिया है, मेरे को माया भी बड़ी होने लग पई है, पर मेरे अंदर एक कमी है कि जिवें पहला गुरु पातशाह बाणी उच्चारण करते ने, मैं उस तरह बाणी नहीं उच्चारण कर सकिया। मैं अपनी बाणी ना रचन करके अपने मनोरथ दे विच गुरु पंथ दे विच सफल नहीं हो सकिया। हुण वो कमी तू पूरी कर सकना है। पृथ्वी चंद का पुत्र मेहरबान कहता है कि हुण ये कमी मैं पूरी कर देंगा। पृथ्वी चंद के पुत्र मेहरबान ने अपने कोलों नकली बाणी कच्ची बाणी उच्चारण करनी शुरू कर दी और बोल शब्द विच नानक का वरतना शुरू कर दिता। भाई केसर सिंह सिब्बर बहुत बड़े लिखारी हुए थे। 1778 ईस्वी के करीब धन गुरु गोबिंद सिंह पातशाह जी के ज्योति जोत समाउण तो थोड़े ही साल बाद उन्हों का जीवन आरंभ होता है। भाई केसर सिंह सिब्बर अपनी लिखत बंसावली नामे दे विच लिखदा है कि मेहरबान पुत्र पृथ्वी का कवीश ही करे, पारसी हिंदवी संस्कृति नाल गुरमुखी पढ़े, तिन भी बाणी बहुत बनाई, भोग श्री गुरु नानक जी का पाई। उसने अपनी बाणी बहुत बनाई है, पर नाम धन गुरु नानक पातशाह जी का वरत्या है। उसने अपने आप को 7वां गुरु अखवाना शुरू किया है। उसने अपने पिता को 5वां गुरु बनाया
ਅਤੇ ਬਾਣੀ ਉਚਾਰਨ ਕਰ ਰਿਹਾ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਂ ਤੋਂ ਜਦੋਂ ਸਿੱਖ ਇਹ ਸਾਰਾ ਕੁਝ ਦੇਖਦੇ ਨੇ ਤਾਂ ਸਿੱਖ ਗੁਰੂ ਦੀ ਹਜ਼ੂਰੀ ਦੇ ਵਿੱਚ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਜਾ ਕੇ ਬੇਨਤੀ ਵੀ ਕਰਦੇ ਨੇ। ਇੱਕ ਸਿੱਖ ਬੋਲਿਓ ਜੋਰ ਕਰ, ਸਤਿਗੁਰ ਜੀ ਸੁਣ ਲੀਜੈ, ਪ੍ਰਿਥੀ ਅਧਿਕ ਅਪਾਰ ਬਹੁ ਕਰਮ ਲਿਖੀਜੈ, ਆਪ ਬਣਾਵਤ ਸ਼ਬਦ ਬਹੁ ਨਿਜ ਮਤ ਅਨੁਸਾਰੀ। ਪਰ ਇੱਕ ਅਖੀਰ ਤੇ ਜਿਹੜੀ ਗੱਲ ਉਹ ਸਿੱਖ ਗੁਰੂ ਦੀ ਹਜ਼ੂਰੀ ਦੇ ਵਿੱਚ ਆ ਕੇ ਕਹਿੰਦਾ ਹੈ, ਧੰਨ ਸ਼੍ਰੀ ਗੁਰੂ ਨਾਨਕ ਕੋ ਨਾਮ ਸ਼ੁਭ ਧਾਰ ਦੇਤ ਮਝਾਰੀ। ਆਪਣੀ ਉਸ ਰਚੇ ਹੋਏ ਸ਼ਬਦਾਂ ਦੇ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ਬਦ ਲਾ ਕੇ ਉਹ ਬਾਣੀ ਨੂੰ ਰਚਨਾ ਦੇ ਵਿੱਚ ਮਿਲਾਵਟ ਕਰ ਰਿਹਾ ਹੈ। ਪਾਤਸ਼ਾਹ ਜੀ ਸਾਨੂੰ ਸੱਚ ਦੀ ਬਾਣੀ ਦੇ ਨਾਲ ਜੁੜਨ ਦੇ ਲਈ ਸਾਨੂੰ ਸੱਚ ਦੀ ਬਾਣੀ ਨੂੰ ਸੰਭਾਲ ਕੇ ਰੱਖਣਾ ਪਏਗਾ। ਤਾਂ ਗੁਰੂ ਅਰਜਨ ਪਾਤਸ਼ਾਹ ਜੀ ਨੇ ਫਿਰ ਉਦਮ ਕੀਤਾ। ਸੱਚ ਦੀ ਬਾਣੀ ਨੂੰ ਸੰਭਾਲਣ ਦੇ ਲਈ, ਸੱਚ ਦੀ ਬਾਣੀ ਨੂੰ ਇੱਕ ਲੜੀ ਦੇ ਵਿੱਚ ਪਰੋਣ ਦੇ ਲਈ, ਤਾਂ ਕਿ ਇਸ ਵਿੱਚ ਕੋਈ ਕੱਚੀ ਬਾਣੀ ਦੀ ਮਿਲਾਵਟ ਨਾ ਕਰ ਸਕੇ, ਕਿਉਂਕਿ ਮਿਲਾਵਟ ਬੜੀ ਹੱਦ ਤੱਕ ਹੋ ਗਈ ਸੀ। ਮਿਹਰਬਾਨ ਦਾ ਪੁੱਤਰ ਹਾਜੀ ਵੀ ਜੋ ਅੰਨਾ ਨੂੰ ਬਣਿਆ ਬੈਠਾ ਹੈ, ਉਸਨੇ ਵੀ ਬਾਣੀ ਦੇ ਵਿੱਚ ਮਿਲਾਵਟ ਕਰਨੀ ਸ਼ੁਰੂ ਕਰ ਦਿੱਤੀ। ਆਸਾ ਕੀ ਬਾਤ ਨੂੰ ਆਪਾਂ 24 ਪੌੜੀਆਂ ਪੜ੍ਹਦੇ ਹਾਂ, ਪਰ ਉਸਨੇ ਆਪਣੇ ਕੋਲੋਂ ਲਾ ਕੇ 27 ਪੌੜੀਆਂ ਬਣਾ ਦਿੱਤੀਆਂ ਸਨ। ਬਸੰਤ ਕੀ ਵਾਰ ਦੀਆਂ ਆਪਾਂ 3 ਪੌੜੀਆਂ ਬਾਣੀ ਦੇ ਅੰਦਰ ਪੜ੍ਹਦੇ ਹਾਂ, ਪਰ ਮਿਹਰਬਾਨ ਦੇ ਪੁੱਤਰ ਪ੍ਰਿਥੀ ਦੇ ਪੁੱਤਰੇ ਹਾਜੀ ਨੇ ਬਸੰਤ ਦੀ ਵਾਰ ਦੇ ਵਿੱਚ ਵੀ ਕਈ ਪੌੜੀਆਂ ਆਪਣੇ ਕੋਲੋਂ ਲਾ ਦਿੱਤੀਆਂ, ਸ਼ਲੋਕ ਵੀ ਵਿੱਚ ਲਾ ਦਿੱਤੇ। ਬਹੁਤ ਵੱਡੀ ਸਾਜ਼ਿਸ਼ ਹੋ ਰਹੀ ਸੀ। ਧੰਨ ਗੁਰੂ ਅਰਜਨ ਪਾਤਸ਼ਾਹ ਨੇ ਫਿਰ ਇਹ ਫੈਸਲਾ ਕੀਤਾ, ਉਦਮ ਕੀਤਾ ਕਿ ਹੁਣ ਸੱਚ ਦੀ ਬਾਣੀ ਨੂੰ ਇੱਕ ਗ੍ਰੰਥ ਦੇ ਵਿੱਚ ਰੱਖਿਆ ਜਾਏ, ਸੰਭਾਲ ਕੇ ਸਾਰੀਆਂ ਪੋਥੀਆਂ ਮੰਗਵਾ ਕੇ ਭਾਈ ਗੁਰਦਾਸ ਜੀ ਨੂੰ ਹੁਕਮ ਕੀਤਾ ਕਿ ਇਸ ਸੱਚ ਦੀ ਬਾਣੀ ਨੂੰ ਮਿਲਣਾ ਹੈ। ਇੱਕ ਦਿਵਸ ਭਈ ਪ੍ਰਾਪਤ ਹੈ ਕਾਲ, ਪ੍ਰਭ ਦਇਆ ਭਏ ਪ੍ਰਭ ਦੀਨ ਦਿਆਲ, ਜਗਨਾ ਪ੍ਰਭ ਜੀ ਪ੍ਰਗਟਿਓ ਜਗ ਪੰਥ, ਤੇ ਕਾਰਨ ਕੀਜੈ ਅਬ ਗ੍ਰੰਥ। ਭਾਈ ਗੁਰਦਾਸ ਜੀ ਨੂੰ ਬੁਲਾਉਂਦੇ ਨੇ ਕਿ ਹੁਣ ਆਪਾਂ ਗ੍ਰੰਥ ਤਿਆਰ ਕਰਨਾ ਹੈ ਸੱਚ ਦੀ ਬਾਣੀ ਦਾ, ਤਾਂ ਕਿ ਗੁਰੂ ਦੇ ਪਿਆਰੇ ਸਿੱਖਾਂ ਨੂੰ ਕੱਚੀ ਬਾਣੀ ਤੋਂ ਬਚਾਇਆ ਜਾਏ। ਸਤਿਗੁਰੂ ਪਾਤਸ਼ਾਹ ਜੀ ਨੇ ਉਸ ਸੱਚ ਦੀ ਬਾਣੀ ਨੂੰ ਫਿਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੂਪ ਦੇ ਦਿੱਤਾ ਅਤੇ ਭਾਈ ਗੁਰਦਾਸ ਜੀ ਨੂੰ ਵੀ ਹੁਕਮ ਕੀਤਾ ਕਿ ਭਗਤਾਂ ਦੀ ਬਾਣੀ ਨੂੰ ਆਪਣੇ ਕੋਲ ਸੰਭਾਲ ਕੇ ਵੀ ਰੱਖਣਾ ਹੈ। ਇਹ ਭਗਤਾਂ ਦੀ ਬਾਣੀ ਸਭ ਮੇਂ ਲਹੋ, ਸਾਚੀ ਰੱਖੋ ਝੂਠੀ ਪੇ ਲਹੋ। ਝੂਠ ਦੀ ਬਾਣੀ ਜੋ ਮਿਲਾਈ ਗਈ ਹੈ ਉਸ ਨੂੰ ਵਿੱਚੋਂ ਕੱਢ ਦੇਣਾ ਹੈ, ਸੱਚ ਦੀ ਬਾਣੀ ਨੂੰ ਸੰਭਾਲ ਕੇ ਰੱਖਣਾ ਹੈ। ਕਿਉਂਕਿ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਂ ਤੇ ਵੀ ਪ੍ਰਾਣ ਸੰਗਲੀ ਨਾਂ ਦੀ ਬਾਣੀ ਨੂੰ ਮੜ ਦਿੱਤਾ ਗਿਆ ਸੀ ਅਤੇ ਪੁਰਾਣੇ ਸਮੇਂ ਦੇ ਵਿੱਚ ਗੁਰਕੇ ਸਾਹਿਬਾਂ ਦੇ ਵਿੱਚ ਨਸੀਹਤਨਾਮਾ ਵੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਂ ਤੇ ਪੜ੍ਹਿਆ ਗਿਆ ਕਿ ਇਹ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ। ਸਤਿਗੁਰੂ ਜੀ ਨੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਵੀ ਕਿਰਪਾ ਨੂੰ ਬੋਲ ਕੀਤੇ ਨੇ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝਮੋ, ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖੋ ਖਾਣੀ। ਜੋ ਈਰਖਾ ਦੀ ਖਾਤਰ ਗੁਰਬਾਣੀ ਦੀ ਨਕਲ ਕਰਕੇ ਆਪਣੀ ਰਚਨਾ ਕਰ ਰਹੇ ਨੇ, ਉਹਨਾਂ ਦੀ ਰਚਨਾ ਸੁਣਨ ਵਾਲੇ ਵੀ ਕੱਚੇ ਨੇ, ਕਹਿਣ ਵਾਲੇ ਵੀ ਕੱਚੇ ਨੇ ਅਤੇ ਉਸ ਕੱਚੀ ਬਾਣੀ ਦੀ ਵਿਆਖਿਆ ਕਰਨ ਵਾਲੇ ਵੀ ਕੱਚੇ ਨੇ। ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੁ ਨਾ ਜਾਣੀ। ਕਿਉਂਕਿ ਜਿਹੜੀ ਹਰੀ ਦੀ ਸਿਫਤ ਉਹ ਆਪਣੀ ਰਸਨਾ ਦੇ ਨਾਲ ਜੀਵ ਦੇ ਨਾਲ ਕਰ ਰਹੇ ਨੇ, ਉਹ ਉਸਤਤ ਉਹ ਰੱਬ ਦੀ ਸਿਫਤ, ਅਸਲ ਦੇ ਵਿੱਚ ਰੱਬ ਦੀ ਸਿਫਤ ਦਾ ਅਹਿਸਾਸ ਉਹਨਾਂ ਦੇ ਅੰਦਰ ਨਹੀਂ ਹੈ। ਉਹ
महसूस नहीं कर रहे, सिर्फ ईर्खा की खातर गुरबाणी की नकल करके अपनी रचना अपने स्वार्थ के लिए वो वरत रहे ने ताकि लोगों अपने नाल जुड़िया जाए। जीव के नाल आधारता कर रहे ने, पर कहेरा पशु ना जानी असल दे विच वो एहसास उन्होंने दे अंदर नहीं है जो वो जीव के नाल बोल रहे ने। वो बोल उन्होंने अंदर दे हिरदे दे बोल नहीं है, वो केवल उन्होंने बाहरी मुख के बोल ने। सतगुरु जी समझा रहे हैं, चित जगता हिरदया माया बोलन पई वाणी। जिन्हां दा चित अंदरों माया ने हरिया होया है, ठगिया होया है, विकारां दे विच ईर्खा दे विच जो अंदरों सड़ रहे ने, उन्होंने मुंह के बोले हुए बोल भी मिठे नहीं कहे जा सकते। कपट वाले बोल चाहे उन्होंने जिन्ने मर्जी मिठे रूप के बोलिया जाए, पर वो कपट वाले बोल कौड़े ही साबित होंगे ने, कच्चे ही साबित होंगे ने। इस करके सतगुरु जी समझा रहे ने, सच की बाणी वो है जो सच्चे गुरु के मुख तो बोली हुई है। कहे नानक सतगुरु बाजो होर कच्ची बाणी, सच्चे गुरु तो बिना मनुखी सोच से प्रभावहीन जो रचना रची गई है वो कच्ची बाणी है, जो गुरु की बाणी की नकल करके ईर्खा के कारण उचारी गई है। सच की बाणी को धन गुरु नानक पातशाह ने आप भी मत्था टेकिया है। सच की बाणी के परखाए का पातशाह ने यह पावन बोल बोले ने, जैसी मैं आवे कसम की बाणी तैसा करी ज्ञान में लालो। भलिया ये सच की बाणी मेरे अपने बोल नहीं है, जे ये सच की बाणी मेरे अपने बोल होंगे तो याद करना मैं बेबे नानकी नूं, भैन नानकी नूं भी बड़ी बड़ी बात आवाज मारी होएगी, पर वो बोल मैं बाणी दे विच दर्ज नहीं कीते। मैं माता सुलखनी नूं भी कई बार आवाज मारी होएगी, पर वो बोल जिहड़े ने मैं गुरबाणी दे विच दर्ज नहीं करके चलिया। मैं भाई मरदाना जी के नाल बड़ियां गल्लां कीतियां ने, पर वो गल्लां मैं बाणी दे विच दर्ज करके नहीं चलिया, क्योंकि वो गल्लां वो आवाज़ां मैं बाबू के पुत्र दियां ने। वो शब्द माता त्रिपता के पुत्र दे ने, पर ये जिहड़ी बाणी है ये खसम की बाणी है, ये अकाल पुरख परमात्मा की बाणी है। ये उस परमात्मा का रबी सुनिया है जो मैं तुहानू दे के चलिया। धन गुरु नानक पातशाह ने वचन कीते, जैसी मैं आवे खसम की बाणी तैसा करी ज्ञान में लालो। ये गुरु का ज्ञान है, रबी ज्ञान है, सच की बाणी है। सच्चे गुरु के मुख तो उच्चारण की हुई बाणी के बराबर किसी होर बाणी को असीं दर्जा नहीं दे सकते। इस करके पातशाह जी का ये हुक्म असीं प्रवान करना है। जो कच्चियां धारनावां भी असीं कई बार बोलने आ, उस तो भी सानू पासा मोड़ना चाहिए है, क्योंकि सच की बाणी का इन्ना बड़ा खजाना साडे कोल है। इस सच की बाणी के खजाने अपने जीवन के अंदर पढ़ना गाना शुरू करिए। सतगुरु पातशाह जी ने समझाते ने, पीवो अमृत सदा लो हर रंग, जपियो सारी बाणी कहे नानक सदा गाओ। यह सच्ची बाणी, इस सच्ची बाणी को सदा गाना है। अज की पावन पंक्ति भी पावन मौल को भी समझना है। कहे नानक सतगुरु बागो होर कच्ची बाणी। इन्हियां विचारण करता दास खिमा का जाजक है। सारी संगत प्रेम सहित बुलाओ फतेह जी। वाहिगुरू जी का खालसा वाहिगुरू जी की फतेह।